किसानी मसला जिहड़ा देश का मसला बनया होया है। भारतीय जनता पार्टी लगातार ये रौला पाउंदी आ रही है कि 2022 दे विच किसानां दी आमदन दुगनी हो जाएगी, पर जो सेंटर सरकार ने बजट पेश किया उन्हें सारे वर्गां नूं निराश किया ते खास करके किसानां नूं भी। किसान कहते जे बजट दे विच साडे वास्ते जिहड़ी रेशो घटा दित्ती तो फिर 2022 ते किवें यकीन रखिया जावे। साडे वास्ते तो भलाई ही आ, भलाई करे सेंटर कि बिल रद्द कर दे। इस मुतलक असीं गलबात करेंगे पंजाब के साबका खजाना मंत्री सरदार परबिंदर सिंह ढींडसा होना सन। ढींडसा साहब की लगता है बजट भी किसानों नूं निराश किया ते दूजे पासे 3 बिल भी जिहड़े लागू किए उहदे नाल निराशगी आ। 200 तो वध हुण तक मौतां हो चुकियां ने। दिल्ली नूं इदां लाता जिद्दां एक वखरा कंट्री बन चुका, इन्नी किलाबंदी कर दी हैगी। देखो मैनूं नहीं समझदा, मैं हैरानी मैनूं ये हुंदी है भी बीजेपी सोच की रही है। कल्ले गल्लां नाल तुसीं बाहला समां नहीं चला सकदे सरकार नूं। इन्हां ने हुण तक यही यतन कीते भी असीं गल्लां करके झूठ बोल के सरकार चलाईए, पर हौली हौली जिहड़ियां सच्चाई सामने आई जानी हुंदी है ते इन्हां दी सच्चाई भी आ गई। हुण देखो इन्हां ने कहा भी असीं नवां एक सैस लाया पेट्रोल ते डीजल ते, जिन्हों एग्रीकल्चर एंड डिवेलपमेंट सैक्स कहता। हुण जिहड़ा सैस हैगा ਉਹਦੇ ਵਿੱਚੋਂ ਐਗਰੀਕਲਚਰ ਨੂੰ ਕੀ ਹਿੱਸਾ ਮਿਲਿਆ? ਐਗਰੀਕਲਚਰ ਬਜਟ ਦੇ ਵਿੱਚ ਸਿਰਫ 2% ਵਾਧਾ ਹੋਇਆ ਜੀ। ਦੈਟ ਮੀਨਸ ਕਿ ਇਹ ਇੱਕ ਆਮ ਬਜਟ ਦਾ ਜਿੰਨਾ ਵਾਧਾ ਉਨਾ ਹੀ ਵਾਧਾ ਹੈ। ਇਹ ਸੈਸ ਦਾ ਕੋਈ ਹਿੱਸਾ ਵੀ ਐਗਰੀਕਲਚਰ 'ਚ ਨਹੀਂ ਪਾਇਆ। ਫਿਰ ਐਗਰੀਕਲਚਰ ਸੈਸ ਲਿਖਣ ਦੀ ਕਿਉਂ ਲੋੜ ਹੈ? ਉਹਨੂੰ ਡਿਵੈਲਪਮੈਂਟ ਸੈਸ ਹੀ ਲਿਖ ਲਓ। ਕਿਉਂ ਐਗਰੀਕਲਚਰ ਨਾ ਪਾਇਆ? ਮਤਲਬ ਖੇਤੀਬਾੜੀ ਦੇ ਨਾਂ 'ਤੇ, ਕਿਸਾਨਾਂ ਦੇ ਨਾਂ 'ਤੇ ਇਹ ਜਿਹੜਾ ਹੈ ਆਪਦਾ ਉੱਲੂ ਸਿੱਧਾ ਕਰਨ 'ਚ ਲੱਗੇ ਹੋਏ ਨੇ। ਚਾਹੇ ਪਹਿਲਾਂ ਇਹ ਬਿੱਲ ਲਿਆਂਦੇ, ਨਾ ਕਿਸਾਨੀ ਦਾ ਵਰਤਿਆ, ਫਾਇਦਾ ਕਾਰਪੋਰੇਟਾਂ ਦਾ। ਹੁਣ ਇਹ ਸੈਸ ਲਿਆਂਦਾ, ਨਾ ਕਿਸਾਨੀ ਦਾ, ਪੈਸਾ ਇਹਨਾਂ ਨੇ ਆਪਦੇ ਕੋਲ ਰੱਖਣਾ। ਸੋ ਇਹ ਟੋਟਲੀ ਜਿਹੜਾ ਹੈ ਸਰਕਾਰ ਲੋਕਾਂ ਨੂੰ ਬੁੱਧੂ ਬਣਾਉਣ ਲੱਗੀ ਹੋਈ ਹੈ, ਗੁੰਮਰਾਹ ਕਰਨ ਲੱਗੀ ਹੋਈ ਹੈ। ਅਤੇ ਕਿਉਂਕਿ ਇਹਨਾਂ ਦਾ 5 ਸਾਲ ਚੱਲ ਗਿਆ, ਸ਼ਾਇਦ ਇਹਨਾਂ ਨੂੰ ਇਹ ਭੁਲੇਖਾ ਵੀ ਇਹ ਇਸ ਤਰ੍ਹਾਂ ਚੱਲਦਾ ਰਹੇਗਾ। ਹੌਲੀ ਹੌਲੀ ਜਿਹੜੀਆਂ ਸਾਰੀਆਂ ਗੱਲਾਂ ਜਿਵੇਂ ਸਾਹਮਣੇ ਆ ਰਹੀਆਂ ਤੇ ਸਰਕਾਰ ਨੂੰ ਇਹਦਾ ਜਿਹੜਾ ਬਹੁਤ ਵੱਡਾ ਖਮਿਆਜਾ ਭੁਗਤਣਾ ਪਊਗਾ। ਅੱਜ ਵੀ ਜੇ ਸਰਕਾਰ ਸਿਆਣੀ ਹੋਵੇ, ਸਾਰੇ ਹਾਲਾਤਾਂ ਨੂੰ ਦੇਖ ਕੇ ਉਹ ਬਿੱਲ ਵਾਪਸ ਲੈਣ ਤੇ ਕਿਸਾਨਾਂ ਦੀਆਂ ਮੰਗਾਂ ਮੰਨਣ। ਅਕਸਰ ਜਿਹੜਾ ਅੰਕੜੇ ਨੇ ਉਹ ਇੱਕ ਬੜੀ ਖੇਡ ਜਿਹੀ ਹੁੰਦੀ ਹੈ, ਜਾਦੂ ਦੀ ਖੇਡ ਲਾ ਲਓ। ਬਜਟ ਵੀ ਵਿੱਚ ਜਾਦੂ ਦਾ ਖੇਡ ਲੱਗਦਾ ਹੈਗਾ। ਤਾਂ ਲੱਗਦਾ ਹੈ ਕਿ ਜਿਹੜੇ 3 ਬਿੱਲ ਪਾਸ ਕੀਤੇ ਜਾਂ ਹੁਣ ਜਿਹੜਾ ਐਗਰੀਕਲਚਰ ਸੈਸ ਲਾ ਦਿੱਤਾ ਹੈਗਾ, ਕਿਸਾਨਾਂ ਦੇ ਦਿਨ ਬਦਲ ਆਉਣਗੇ, ਆਮਦਨ ਦੁੱਗਣੀ ਹੋ ਜਾਏਗੀ ਜੀ। ਵਾਰ ਵਾਰ ਰੌਲਾ ਪਾਇਆ ਜਾ ਰਿਹਾ 2014 ਤੋਂ ਲੈ ਕੇ ਹੁਣ ਤੱਕ 6 ਸਾਲ, 7ਵਾਂ ਸਾਲ ਚੜ੍ਹ ਗਿਆ ਕਿ ਕਿਸਾਨਾਂ ਦੀ ਆਮਦਨ ਅਸੀਂ ਦੁੱਗਣੀ ਕਰਾਂਗੇ। ਦੇਖੋ ਮੈਂ ਤਾਂ ਇਹ ਕਹਿਣਾ ਵੀ ਦੁੱਗਣੀ ਤਾਂ ਬਹੁਤ ਦੂਰ ਦੀ ਗੱਲ ਹੈ। ਜਿਹੜੀ ਐਕਚੁਅਲ ਆਮਦਨ ਹੈ ਕਿਸਾਨਾਂ ਦੀ, ਜੇ ਓਨੀ ਰਹਿ ਜੇ, ਇਹ ਬੜੀ ਵੱਡੀ ਗੱਲ ਹੈ। ਐਕਚੁਅਲ ਮੈਂ ਕਿਵੇਂ ਕਹਿ ਰਿਹਾ, ਜੇ ਅਸੀਂ ਇਨਫਲੇਸ਼ਨ ਨੂੰ ਲਾਈਏ, ਮਹਿੰਗਾਈ ਨੂੰ ਲਾਈਏ, ਜੇ ਮਹਿੰਗਾਈ ਦੇ ਮੁਤਾਬਕ ਜਿੰਨੀ ਮਹਿੰਗਾਈ ਵੱਧ ਰਹੀ ਹੈ, ਜੇ ਓਨੀ ਹੀ ਆਮਦਨ ਵੱਧ ਜੇ ਤਾਂ ਮੈਂ ਕਹਾਂਗੀ ਓਨੀ ਰਹਿ ਗਈ ਆਮਦਨ, ਇਨਫਲੇਸ਼ਨ ਨੂੰ ਐਡਜਸਟ ਕਰਕੇ। ਸੋ ਅਸੀਂ ਤਾਂ ਇਹ ਮੰਨਦੇ ਹਾਂ ਵੀ ਜੇ ਓਨੀ ਵੀ ਰਹਿ ਜਾਏ ਤਾਂ ਵੀ ਵੱਡੀ ਗੱਲ ਹੈ। ਤਾਂ ਆਮਦਨ ਤਾਂ ਕਿਸਾਨੀ ਦੀ ਘੱਟ ਰਹੀ ਹੈ, ਇਨਫਲੇਸ਼ਨ ਵੱਧ ਹੈ ਅਤੇ ਜਿਹੜੀ ਨੈੱਟ ਜਿਹੜੀ ਆਮਦਨ ਹੈ ਉਹ ਘੱਟ ਰਹੀ ਹੈ। ਸੋ ਇਸ ਲਈ ਸਰਕਾਰ ਸਿਰਫ ਝੂਠ ਅਤੇ ਗੁੰਮਰਾਹ ਤੋਂ ਬਿਨਾਂ ਇਹਨਾਂ ਕੋਲ ਕੁਛ ਨਹੀਂ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੈਗਾ, ਆਮਦਨ ਦੂਰ ਕਰਨ ਦਾ ਨਾ ਇਹਨਾਂ ਕੋਲ ਕੋਈ ਰੋਡ ਮੈਪ ਹੈ, ਨਾ ਇਹਨਾਂ ਕੋਲ ਕੋਈ ਪਲਾਨ ਹੈਗਾ। ਅਤੇ ਜਿਹੜੇ ਇਹਨਾਂ ਨੇ ਹੁਣ ਤੱਕ ਕੋਸ਼ਿਸ਼ਾਂ ਕੀਤੀਆਂ ਸਾਰੀਆਂ ਟੋਟਲ ਫੇਲ ਰਹੀਆਂ ਨੇ। ਜੇ ਇਹ ਇੱਕ ਕਿਸਾਨ ਸਾਰਾ ਸਮਝਦਾ ਹੈਗਾ ਵੀ ਇਹਨਾਂ ਨੇ ਹਜੇ ਤੱਕ ਇੱਕ ਕਿਸਾਨੀ ਨੂੰ ਸਪੋਰਟ ਕਰਨ ਲਈ ਇੱਕ ਪ੍ਰੋਪਰ ਲੋਜਿਸਟਿਕਸ ਨੈਟਵਰਕ ਹੀ ਤਿਆਰ ਨਹੀਂ ਕਰ ਸਕੇ। ਪ੍ਰੋਪਰ ਜਿਹੜੀਆਂ ਨੇ ਵੇਅਰ ਹਾਊਸਿੰਗ ਫੈਸਿਲਿਟੀਜ਼, ਪ੍ਰੋਪਰ ਟਰਾਂਸਪੋਰਟੇਸ਼ਨ ਫੈਸਿਲਿਟੀਜ਼, ਇਹ ਜਿਹੜੀਆਂ ਨੇ ਸਾਰੀਆਂ ਮਾਰਕੀਟਿੰਗ ਫੈਸਿਲਿਟੀਜ਼ ਉਹ ਹਜੇ ਤੱਕ ਪ੍ਰੋਵਾਈਡ ਨਹੀਂ ਹੋਈਆਂ ਦੇਸ਼ ਦੇ ਵਿੱਚ। ਆਮਦਨ ਦੁੱਗਣੀ ਕਿੱਥੋਂ ਕਰਨਗੇ? ਕਹਿ ਦਿੰਦੇ ਨੇ ਹਰ ਸਾਲ ਅਸੀਂ ਕਰਾਂਗੇ, ਪਰ ਨੈਟ ਗਰਾਊਂਡ 'ਤੇ ਤਾਂ ਕੁਛ ਵੀ ਨਹੀਂ ਹੈ। ਲੱਗਦਾ ਕਿ ਇੱਕ ਪਾਸੇ ਜਿਹੜਾ ਐਗਰੀਕਲਚਰ ਸੈਸ ਲਾਤਾ ਜਿਹੜਾ ਡੀਜ਼ਲ 'ਤੇ ਆ, ਡੀਜ਼ਲ ਸਭ ਤੋਂ ਜ਼ਿਆਦਾ ਕਿਸਾਨ ਯੂਜ਼ ਕਰਦਾ ਹੈਗਾ ਜੀ, ਉਹ ਵੀ ਉਲਟੀ ਮਾਰ ਪੈ ਗਈ ਹੈਗੀ ਜੀ। ਉਹਨਾਂ ਤੋਂ ਲੈਣਗੇ ਅਤੇ ਵਰਤਣਗੇ ਕਿਤੇ ਹੋਰ। ਸੋ ਕਿਸਾਨੀ ਨੂੰ ਨਹੀਂ, ਮੈਂ ਆਪਾਂ ਅੱਜ ਇਸ ਕਿਉਂਕਿ ਕਿਸਾਨਾਂ ਦੇ ਮੁੱਦੇ 'ਤੇ ਚੱਲ ਰਿਹਾ, ਇਸ ਲਈ ਆਪਾਂ ਕਿਸਾਨੀ 'ਤੇ ਕੇਂਦਰ ਕਰ ਰਹੇ ਹਾਂ। ਪਰ ਆਮ ਨਾਗਰਿਕ, ਆਮ ਲੋਕ ਸਾਰੇ ਹੀ ਪ੍ਰਭਾਵਿਤ ਨੇ। ਪੈਟਰੋਲ ਅਤੇ ਡੀਜ਼ਲ 'ਤੇ ਜਿਹੜਾ ਸੈਸ ਲੱਗੇ ਨੇ ਉਹ ਅਲਟੀਮੇਟਲੀ ਇਹਨਾਂ ਦੇ 2 ਨਿਸ਼ਾਨੇ ਸੀ। ਇੱਕ ਆਮਦਨ ਵਧਾਉਣੀ ਅਤੇ ਦੂਜਾ ਜਿਹੜਾ ਹੈ ਇਹਨਾਂ ਦਾ ਨਿਸ਼ਾਨਾ ਸੀ ਵੀ ਸੂਬਿਆਂ ਦੀ ਜਿਹੜੀ ਆਮਦਨ ਹੈ ਉਹਨੂੰ ਅਸੀਂ ਰੋਕ ਲਈਏ। ਕਿਉਂਕਿ ਜਿਹੜੀ ਐਕਸਾਈਜ਼ ਡਿਊਟੀ ਹੈ, ਇਹ ਜਿਹੜਾ ਸੈਂਟਰਲ ਦਾ ਜਿਹੜਾ ਪੂਲ ਹੈਗਾ, ਡਿਵਿਜ਼ੀਬਲ ਪੂਲ,
ਜਿਹ 'ਚੋਂ ਸੂਬਿਆਂ ਨੂੰ ਵੀ ਹਿੱਸਾ ਮਿਲਦਾ ਉਹਦੇ ਚਲੇ ਜਾਂਦੀ ਹੈ। ਉਹਦੇ 'ਚੋਂ 41% ਸੂਬਿਆਂ ਨੂੰ ਆ ਜਾਂਦਾ, ਜਿਹੜਾ ਹੈ ਬਾਕੀ 59% ਉਹਨਾਂ ਨੂੰ ਰਹਿ ਜਾਂਦਾ ਹੈਗਾ। ਪਰ ਹੁਣ ਇਹਨਾਂ ਨੇ ਕਿਉਂਕਿ ਸੈਸ ਲਾਤਾ, ਇਹ ਸੈਸ ਸਪੈਸੀਫਿਕ ਪਰਪਸ ਵਾਸਤੇ ਇਹ ਡਿਵੀਜ਼ਨਲ ਪੂਲ 'ਚ ਨਹੀਂ ਜਾਊਗਾ। ਉਸ ਦਾ ਮਤਲਬ ਹੈ ਕਿ ਉੱਧਰੋਂ ਘਟ ਗਈ ਆਮਦਨ ਜਿਹੜੀ ਸੂਬਿਆਂ ਨੂੰ ਜਾਣੀ ਹੈ, ਜਿਹੜੀ ਇਹਨਾਂ ਕੋਲ ਰਹਿ ਜਾਣੀ ਉਹ ਵੱਧ ਗਈ। ਸੋ ਇਹ ਇਸ ਤਰੀਕੇ ਦੇ ਨਾਲ ਇਹ ਹੱਥਕੰਡੇ ਵਰਤ ਕੇ ਇਹ ਕਿਤੇ ਨਾ ਕਿਤੇ ਇਹ ਆਪਦੇ ਸੂਬਿਆਂ ਨੂੰ ਵੀ ਆਰਥਿਕ ਤੌਰ 'ਤੇ ਕਮਜ਼ੋਰ ਕਰ ਰਹੇ ਨੇ, ਕਿਸਾਨੀ ਨੂੰ ਵੀ ਕਮਜ਼ੋਰ ਕਰ ਰਹੇ ਨੇ, ਸਿਰਫ ਆਪਦਾ ਜਿਹੜਾ ਉੱਲੂ ਸਿੱਧਾ ਕਰ ਰਹੇ ਨੇ। ਅੱਛਾ, ਇੱਕ ਹੋਰ ਮਸਲਾ ਜਿਸ ਸਮੇਂ ਸਰਕਾਰ ਦੀ ਨੀਅਤ ਵੀ ਦਿਖਾਈ ਦੇ ਚੁੱਕੀ ਹੈ, ਨੀਤੀ ਵੀ ਬਜਟ ਦੇ ਵਿੱਚ ਸਪਸ਼ਟ ਹੋ ਚੁੱਕੀ ਹੈ। ਦਿੱਲੀ ਬਾਰਡਰ ਇੱਦਾਂ ਸੀਲ ਕੀਤੇ ਗਏ ਨੇ ਕਿ ਜਿਹੜੇ ਕਿਸਾਨ ਨੇ ਕਿਸੇ ਹੋਰ ਦੇਸ਼ ਦੇ ਵਾਸੀ ਇੰਨੀ ਕਿਲਾਬੰਦੀ ਆਪਣੇ ਲੋਕਾਂ ਦੇ ਖਿਲਾਫ ਇੰਨਾ ਜ਼ਿਆਦਾ ਸਖਤੀ ਕਰਨੀ, ਉਹਨੂੰ ਕਿਵੇਂ ਦੇਖਦੇ ਹੈਗੇ ਜੀ? ਇਹ ਤਾਂ ਪਹਿਲੇ ਦਿਨ ਤੋਂ ਹੀ ਹੈ। ਦੇਖੋ ਜਦ ਲੋਕ ਪੰਜਾਬ ਤੋਂ ਹਰਿਆਣੇ 'ਚ ਵੜ ਰਹੇ ਸੀ ਉਦੋਂ ਵੀ ਹਾਲ ਸੀ, ਉਹ ਤਾਂ ਧੱਕੇ ਨਾਲ ਵੜ ਗਏ। ਪਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਵੀ ਜੇ ਲੋਕ ਮਨ ਬਣਾ ਲੈਣ ਤਾਂ ਕੋਈ ਸਰਕਾਰ ਦੀ ਤਾਕਤ ਨਹੀਂ ਰੋਕ ਸਕਦੀ। ਅੱਜ ਵੀ ਚਲੋ ਲੋਕ ਉੱਥੇ ਕਿਸਾਨ ਸ਼ਾਂਤਮਈ ਢੰਗ ਨਾਲ ਬੈਠੇ, ਜੇ ਕਿਸਾਨਾਂ ਨੇ ਮਨ ਬਣਾ ਲਿਆ ਵੀ ਅਸੀਂ ਜਾਣਾ, ਕੀ ਉਹ ਰੋਕ ਲੈਣਗੇ? ਕੀ ਸਰਕਾਰ ਸੋਚਦੀ ਹੈ ਰੋਕ ਲਏਗੀ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ? ਸੋ ਇਹ ਭੁਲੇਖੇ ਉਹਨਾਂ ਨੂੰ ਨਹੀਂ ਪਾਲਣੇ ਚਾਹੀਦੇ। ਸਮਾਂ ਉਹਨਾਂ ਨੂੰ ਇੱਕ ਜੋ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਨਿਭਾਉਣੀ ਚਾਹੀਦੀ ਹੈ। ਅਤੇ ਸਰਕਾਰ ਤਾਂ ਇੱਕ ਮਾਂ ਹੁੰਦੀ ਹੈ ਲੋਕਾਂ ਦੀ, ਪ੍ਰਜਾ ਦੀ। ਸਰਕਾਰ ਨੂੰ ਉਹ ਮਾਂ ਵਾਲਾ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਆਪਦੇ ਜਿਹੜੇ ਨਾਗਰਿਕ ਨੇ, ਆਪਦੇ ਬੱਚੇ ਨੇ, ਉਹਨਾਂ ਦੇ ਭਲੇ ਬਾਰੇ ਸੋਚੇ, ਉਹਨਾਂ ਦੀ ਜਿਹੜੀ ਚੰਗੇ ਬਾਰੇ ਸੋਚੇ, ਨਾ ਕਿ ਆਪਦੀਆਂ ਜਿਹੜੀਆਂ ਮਨਮਰਜ਼ੀਆਂ ਜਾਂ ਆਪਦੇ ਜ਼ਿੱਦਾਂ ਪਕਾਉਣੀਆਂ ਅਤੇ ਕੁਛ ਲੋਕਾਂ ਨੂੰ ਫਾਇਦਾ ਦੇਣਾ। ਵੱਡੇ ਵੱਡੇ ਜੇ ਕਰੋੜਾਂ ਲੋਕਾਂ ਦਾ ਨੁਕਸਾਨ ਕਰਕੇ ਜੇ ਤੁਸੀਂ 4 ਬੰਦਿਆਂ ਦਾ ਫਾਇਦਾ ਕਰ ਵੀ ਲਿਆ ਤਾਂ ਕਿਹੜੀ ਮਨੁੱਖਤਾ ਇਹਦੇ ਵਿੱਚ? ਕੀ ਤੁਹਾਡੀ ਇਹ ਜ਼ਮੀਰ ਇਜਾਜ਼ਤ ਦਿੰਦੀ ਹੈ ਇਹਨਾਂ ਦੀ? ਪਤਾ ਨਹੀਂ ਕਿਵੇਂ ਕੀ ਸੋਚਦੇ ਨੇ। ਜਿਹੜਾ ਮੈਜੋਰਟੀ ਲੋਕਾਂ ਨੇ ਦਿੱਤੀ ਹੈ, 303 ਸੀਟਾਂ ਦਿੱਤੀਆਂ ਭਾਰਤੀ ਜਨਤਾ ਪਾਰਟੀ ਨੇ, ਇਹਦੀ ਸਹੀ ਵਰਤੋਂ ਹੋ ਰਹੀ ਜਾਂ ਦੁਰਵਰਤੋਂ ਜੀ? ਹੁਣ ਤਾਂ ਵੱਡੇ ਸ਼ੰਕੇ ਹੀ ਖੜੇ ਹੋ ਗਏ ਵੀ ਸੀਟਾਂ ਕੀ ਵਾਕਈ ਲੋਕਾਂ ਨੇ ਦਿੱਤੀਆਂ ਨੇ ਕਿ ਇਹ ਜਿਹੜਾ ਹੈ ਹੱਥਕੰਡਿਆਂ ਨਾਲ ਇਹਨਾਂ ਨੇ ਮਸ਼ੀਨਾਂ ਨੂੰ ਦੇ ਰਾਹੀਂ ਲੈ ਲਈਆਂ। ਹੁਣ ਤਾਂ ਇਹ ਸਵਾਲ ਵੱਡੇ ਵੱਡੇ ਖੜੇ ਹੋ ਗਏ। ਪਰ ਫਿਰ ਵੀ ਜੇ ਮੈਂ ਕਹਾਂ ਵੀ ਹੁਣ ਤੱਕ ਤਾਂ ਦੁਰਵਰਤੋਂ ਹੀ ਹੋਈ ਹੈ, ਕਿਉਂਕਿ ਸਰਕਾਰ ਮੈਂ ਸਮਝਦਾ ਜਿੱਡੀ ਕੋਈ ਵੱਡਾ ਹੋਵੇ ਬੰਦਾ ਉਹਨੂੰ ਉਹਨਾਂ ਝੁਕਣਾ ਚਾਹੀਦਾ। ਉਹਨਾਂ ਲੋਕਾਂ ਨੇ ਐਡਾ ਵੱਡਾ ਮਾਣ ਦਿੱਤਾ ਹੈ ਉਹਨਾਂ ਨੂੰ, ਉਸ ਨੂੰ ਮਾਣ ਨੂੰ ਵਧਾਉਣ ਦੇ ਲਈ ਕਰਨਾ ਚਾਹੀਦਾ। ਪਰ ਉਹ ਇਹ ਸੋਚ ਰਹੇ ਨੇ ਵੀ ਜੇ ਲੋਕਾਂ ਨੇ ਸਾਨੂੰ ਜਿੱਤਾ ਵੀ, ਲੋਕ ਤਾਂ ਸਾਡੀ ਜੇਬ 'ਚ ਹੀ ਨੇ ਅਤੇ ਅਸੀਂ ਆਪਦੀ ਮਨਮਰਜ਼ੀਆਂ ਕਰੀਏ। ਤੋ ਇਹ ਜਿਹੜਾ ਜ਼ਿਆਦਾ ਸਮਾਂ ਨਹੀਂ ਚੱਲ ਸਕਦਾ। ਰਾਜਨੀਤੀ ਤਾਂ ਲੋਕਾਂ ਦੇ ਨਾਲ ਹੀ ਹੁੰਦੀ ਹੈ, ਅਤੇ ਜੇ ਤੁਸੀਂ ਲੋਕ ਹੀ ਨਾਰਾਜ਼ ਕਰ ਲਏ ਫਿਰ ਲੰਬਾ ਸਮਾਂ ਨਹੀਂ ਰਾਜਨੀਤੀ ਕਰ ਸਕਦੇ। ਲੱਗਦਾ ਕਿ ਇੱਕ ਫਿਰਕੇ ਨੂੰ ਲੈ ਕੇ ਸਰਕਾਰ ਚੁਣੀ ਜਾ ਸਕਦੀ, ਜਾਂ ਨਿਰਪੱਖ ਸਰਕਾਰ ਹੋ ਸਕਦੀ, ਜਾਂ ਉਹਨੂੰ ਅਸੀਂ ਕਹਿ ਸਕਦੇ ਕਿ ਨਹੀਂ ਇਹ ਲੋਕਤੰਤਰ ਤਰੀਕੇ ਨਾਲ ਚੁਣੀ ਹੋਈ ਸਰਕਾਰ ਹੈ ਜੀ? ਦੇਖੋ, ਚੁਣੀ ਤਾਂ ਜਾ ਸਕਦੀ ਇੱਕ ਫਿਰਕੇ ਨਾਲ ਸਰਕਾਰ, ਪਰ ਉਹ ਜਿਹੜੀ ਹੈ ਲੋਕਾਂ ਨੂੰ ਨਿਆਂ ਨਹੀਂ ਦੇ ਸਕਦੀ। ਜਿਹੜੀ ਸਰਕਾਰ ਇੱਕ ਫਿਰਕੇ ਦੀ ਗੱਲ ਕਰੇ, ਇੱਕ ਫਿਰਕੇ ਬਾਰੇ ਸੋਚੇ, ਜਾਂ ਸਿਰਫ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰੇ, ਉਹ ਸਰਕਾਰ ਨੂੰ ਤੁਸੀਂ ਜਿਹੜਾ ਹੈ ਨਿਆਂ, ਉਹ ਤੋਂ ਨਿਆਂ ਦੀ ਆਸ ਨਹੀਂ ਰੱਖ ਸਕਦੇ। ਇਹ ਗੱਲ ਜ਼ਰੂਰ ਹੈ। ਇਤਿਹਾਸ ਵੀ ਇਸ ਚੀਜ਼ ਦਾ ਗਵਾਹ ਹੈ ਅਤੇ ਮੌਜੂਦਾ ਸਰਕਾਰ ਵੀ ਇਸੇ ਰਸਤੇ 'ਤੇ ਚੱਲੀ ਹੋਈ ਹੈ। ਜਿੰਨਾ ਜ਼ਿਆਦਾ ਕਿਸਾਨਾਂ ਨੂੰ ਨੁਕਸਾਨ ਹੋਇਆ, ਕਿਸਾਨਾਂ ਦੀ ਨਹੀਂ ਸੁਣੀ ਗਈ, ਪਾਰਲੀਮੈਂਟ 'ਚ ਨਹੀਂ ਸੁਣੀ ਜਾ ਰਹੀ, ਰਾਜ ਸਭਾ ਦੇ ਵਿੱਚ ਨਹੀਂ ਸੁਣੀ ਜਾ ਰਹੀ ਹੈਗੀ। ਇਸ ਤੋਂ ਕੀ ਅਸੀਂ ਸਮਝੀਏ ਜੀ? ਸਮਝ ਤਾਂ ਦੇਖੋ, ਇਹ ਤਾਂ ਕਲੀਅਰ ਕੱਟ ਹੈ ਵੀ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਜਾਪ ਰਹੀ। ਉਹਨਾਂ ਨੂੰ ਇੱਕ ਸੱਤਾ ਦਾ ਨਸ਼ਾ ਕਹਿ ਲਓ, ਜਾਂ ਜੋ ਐਡੀ ਵੱਡੀ ਮੈਜੋਰਟੀ ਆਈ ਹੈ ਉਹਦਾ ਨਸ਼ਾ ਕਹਿ ਲਓ, ਉਹਦੇ 'ਚ ਉਹ ਜਿਹੜਾ ਹੈ ਮਗਨ ਹੋਏ ਨੇ, ਅਤੇ ਉਹਨਾਂ ਨੂੰ ਕੋਈ ਦਿਖ ਨਹੀਂ ਰਿਹਾ, ਕੋਈ ਜਿਹੜਾ ਲੋਕਾਂ ਦੀਆਂ ਤਕਲੀਫਾਂ ਨਹੀਂ ਦਿਖ ਰਹੀਆਂ। ਬਜ਼ੁਰਗ ਲੋਕ, ਬੱਚੇ ਸੜਕਾਂ 'ਤੇ ਬੈਠੇ ਹੈ, 4 ਮਹੀਨੇ ਹੋ ਗਏ, 5 ਮਹੀਨੇ ਹੋ ਗਏ, ਅਤੇ ਜਿਹਨੂੰ ਉਹਨਾਂ ਦਾ ਦਰਦ ਨਹੀਂ ਜਿਹੜਾ ਸਮਝ ਸਕਦਾ, ਉਹ ਤੋਂ ਕੀ ਅਸੀਂ ਆਸ ਕਰ ਸਕਦੇ ਹਾਂ? ਪੰਜਾਬ ਸਰਕਾਰ ਨੇ ਪਹਿਲਾਂ ਹੀ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਅਜਲਾਸ ਬੁਲਾ ਕੇ ਬਿੱਲ ਰੱਦ ਕੀਤੇ। ਕੱਲ੍ਹ ਫਿਰ ਆਲ ਪਾਰਟੀ ਮੀਟਿੰਗ ਹੋਈ ਹੈ। ਤੁਹਾਨੂੰ ਲੱਗਦਾ ਜਦੋਂ ਓਪੋਜੀਸ਼ਨ ਪਾਰਟੀਆਂ ਖੜੀਆਂ ਹੁੰਦੀਆਂ ਕਿਸੇ ਸਟੇਟ ਦੇ ਵਿੱਚ, ਤੇ ਚੁਣੀ ਹੋਈ ਕੇਂਦਰ ਦੀ ਸਰਕਾਰ 'ਤੇ ਜਾਂ ਸਟੇਟ ਸਰਕਾਰ 'ਤੇ ਅਸਰ ਪੈਂਦਾ ਜੀ? ਦੇਖੋ, ਵੈਸੇ ਤਾਂ ਸੁਭਾਵਿਕ ਤੌਰ 'ਤੇ ਤਾਂ ਪੈਣਾ ਚਾਹੀਦਾ, ਪਰ ਇੱਥੇ ਨਹੀਂ ਹੈ। ਹੁਣ ਤੁਸੀਂ ਦੇਖੋ, ਜਿਹੜੇ ਬਿੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਨੇ, ਪੰਜਾਬ ਵਿਧਾਨ ਸਭਾ ਨੇ, ਉਹ ਗਵਰਨਰ ਸਾਹਿਬ ਨੇ ਹੁਣ ਤੱਕ ਨਾ ਕੇਂਦਰ ਨੂੰ ਭੇਜੇ ਨੇ, ਨਾ ਰਿਜੈਕਟ ਕੀਤੇ ਨੇ।
6 ਮਹੀਨੇ ਦੇ ਵਿੱਚ ਉਹਨਾਂ ਨੂੰ ਕੋਈ ਫੈਸਲਾ ਤਾਂ ਲੈਣਾ ਪੈਣਾ। ਸੋ ਜੇ ਉਹ ਵਾਪਸ ਕਰਨਗੇ ਤਾਂ ਫਿਰ ਵਿਧਾਨ ਸਭਾ ਨੂੰ ਪਾਸ ਕਰਨੇ ਚਾਹੀਦੇ ਨੇ, ਕਿਉਂਕਿ ਦੂਜੀ ਵਾਰ ਉਹ ਫਿਰ ਉਹਨਾਂ 'ਤੇ ਬੈਠ ਨਹੀਂ ਸਕਦੇ। ਅਤੇ ਇਹੀ ਰਸਤਾ ਹੈ ਵੀ ਦੁਬਾਰੇ ਜੇ ਉਹ ਬਿੱਲਾਂ ਨੂੰ ਮੋੜਦੇ ਨੇ ਤਾਂ ਦੁਬਾਰੇ ਪਾਸ ਕਰਕੇ ਭੇਜਣੇ ਚਾਹੀਦੇ ਨੇ। ਅਤੇ ਨਾਲ ਹੀ ਮੈਂ ਇਹ ਵੀ ਕਹਾਂਗਾ ਵੀ ਸੂਬਾ ਸਰਕਾਰ ਨੂੰ ਆਪਦਾ ਵੀ ਇੱਕ ਬਿੱਲ ਲਿਆਉਣਾ ਚਾਹੀਦਾ ਹੈ, ਕੇਂਦਰ ਬਿੱਲ ਤੋਂ ਇਲਾਵਾ ਸੂਬੇ ਦਾ ਆਪਦਾ ਸੈਪਰੇਟ ਬਿੱਲ, ਜਿਹਦੇ 'ਚ ਉਹ ਇਹ ਇੱਕ ਕਾਨੂੰਨੀ ਅਪਰਾਧ ਬਣਾ ਦੇਣ ਵੀ ਜਿਹੜਾ ਵੀ ਕੋਈ ਜਿਹੜਾ MSP ਤੋਂ ਘੱਟ ਫਸਲ ਵੇਚਦਾ ਜਾਂ ਖਰੀਦਦਾ ਉਹਨੂੰ ਜਿਹੜਾ ਇੱਕ ਕਾਨੂੰਨੀ ਅਪਰਾਧ ਮੰਨਿਆ ਜਾਊਗਾ। ਅਤੇ ਆਪਣੇ ਆਪ ਹੀ ਕੁਛ ਨਾ ਕੁਛ ਤਾਂ ਇਹਦਾ ਮਸਲੇ ਦਾ ਹੱਲ ਹੋ ਹੀ ਜਾਊਗਾ। ਪਰ ਕਹਿ ਰਹੇ ਕਿ MSP ਕੋਈ ਸਟੈਚੂਰੀ ਬੋਡੀ ਨਹੀਂ ਹੈਗੀ, ਕਾਨੂੰਨ ਦੇ ਦਾਇਰੇ 'ਚ ਹੈ ਨਹੀਂ, ਉਹ ਕਾਨੂੰਨ ਹੈ ਨਹੀਂ, ਅਤੇ ਉਹਨੂੰ ਕਾਨੂੰਨ ਨੂੰ ਅਮਲੀ ਜਾਮਾ ਕਿਵੇਂ ਪਹੁੰਚਾ ਸਕਦੇ? ਨਹੀਂ, ਉਸ ਨੂੰ MSP ਜਿਹੜੀ ਅਨਾਊਂਸ ਕਰਦੇ ਆ ਉਹਨੂੰ ਕਾਨੂੰਨੀ ਜਾਮਾ ਤਾਂ ਸੂਬੇ ਦੀ ਸਰਕਾਰ ਪਵਾ ਸਕਦੀ ਹੈ। ਜਿਵੇਂ ਕੇਰਲਾ ਹੈ, ਉਹਨਾਂ ਨੇ ਵੀ ਕੁਛ ਚੀਜ਼ਾਂ ਦੇ ਉੱਤੇ ਜਿਹੜਾ MSP ਲਾਜ਼ਮੀ ਕੀਤਾ ਹੋਇਆ। ਸੋ ਜੇ MSP ਕੋਈ ਵੀ ਤੈਅ ਕਰਨ ਦੀ ਬੋਡੀ ਭਾਵੇਂ ਕੇਂਦਰ ਦੀ ਹੈ, ਪਰ ਜੋ ਉਹਨਾਂ ਨੇ MSP ਅਨਾਊਂਸ ਕਰਤਾ, ਸੂਬੇ ਦੀ ਸਰਕਾਰ ਇਹ ਤਾਂ ਲਾਗੂ ਕਰ ਸਕਦੀ ਵੀ ਇਸ ਤੋਂ ਘੱਟ ਅਸੀਂ ਨਹੀਂ ਖਰੀਦਣ ਦੇਵਾਂਗੇ। ਉਹਦੇ ਵਾਸਤੇ ਤਾਂ ਕਾਨੂੰਨ ਬਣਾ ਸਕਦੀ ਹੈ। MSP ਦਾ ਕਾਨੂੰਨ ਨਾ ਬਣਾਉਣ ਉਹ, ਪਰ MSP ਨੂੰ ਤੋਂ ਘੱਟ ਜਿਹੜੀ ਖਰੀਦ ਫਸਲ ਨਾ ਵਿਕੇ ਉਦੋਂ ਤਾਂ ਉਹ ਕਰ ਸਕਦੇ ਨੇ। ਸੋ ਇਹ ਤਾਂ ਸਰਕਾਰ ਦੇ ਅਧਿਕਾਰ ਖੇਤਰ 'ਚ ਹੈ। ਆਮ ਆਦਮੀ ਪਾਰਟੀ ਸੂਬੇ ਦੀ ਮੁੱਖ ਵਿਰੋਧੀ ਪਾਰਟੀ, ਜਿਸ ਤਰ੍ਹਾਂ ਕਿ ਉਹਨਾਂ ਨੇ ਆਲ ਪਾਰਟੀ ਮੀਟਿੰਗ ਦੇ ਵਿੱਚ ਆਪਣਾ ਪੱਖ ਰੱਖਿਆ ਹੈਗਾ, ਉਹਨੂੰ ਕਿਵੇਂ ਦੇਖਦੇ ਹੈਗੇ ਜੀ? ਦੇਖੋ, ਮੈਂ ਇੱਕ ਗੱਲ ਕਹਾਂਗਾ ਵੀ ਅੱਜ ਸਮਾਂ ਸਾਰਿਆਂ ਨੂੰ ਇਕਜੁੱਟਤਾ ਦਿਖਾਉਣ ਦਾ। ਇਹ ਜਿਹੜਾ ਭਾਵੇਂ ਉਹਨਾਂ ਨੇ ਇੱਕ ਵਾਕਆਊਟ ਕੀਤਾ ਜਾਂ ਰੋਸ ਦਿਖਾਇਆ, ਉਹਨਾਂ ਦੀਆਂ ਗੱਲਾਂ ਕੁਝ ਜਾਇਜ਼ ਹੋ ਸਕਦੀਆਂ, ਮੈਂ ਨਹੀਂ ਕਹਿੰਦਾ, ਪਰ ਉਹਨਾਂ ਨੂੰ ਇਸ ਜੋ ਯਤਨ ਸੀ ਇਕਜੁੱਟਤਾ ਦਿਖਾਉਣ ਦਾ, ਉਹਨੂੰ ਉਹਦੇ ਵਿੱਚ ਵਾਕਆਊਟ ਨਹੀਂ ਸੀ ਕਰਨਾ ਚਾਹੀਦਾ। ਇੱਕ ਗਲਤ ਮੈਸੇਜ ਜਾਂਦਾ ਹੈ। ਅਤੇ ਨਾਲੇ ਜਿਹੜਾ ਮੁੱਦਾ ਹੈ ਜਿਹਦੇ ਵਾਕਆਊਟ ਕੀਤਾ, ਉਹ ਵੀ ਕੋਈ ਬੜਾ ਵੱਡਾ ਮੁੱਦਾ ਨਹੀਂ, ਕਿਉਂਕਿ ਸੂਬੇ ਦੇ ਅਧਿਕਾਰ 'ਚ ਹੀ ਨਹੀਂ ਆ ਉਹ। ਕਿਸੇ ਸੂਬੇ 'ਚ ਤੁਸੀਂ ਆਪਦੀ ਪੁਲਿਸ ਕਿਵੇਂ ਲਾ ਸਕਦੇ ਹੋ? ਸੋ ਹੋਰ ਬਥੇਰੇ ਮੁੱਦੇ ਨੇ ਜਿਨ੍ਹਾਂ 'ਤੇ ਉਹਨਾਂ ਨੂੰ ਕੇਂਦਰ ਸਰਕਾਰ ਦੀ ਸੂਬੇ ਨੂੰ ਘੇਰਿਆ ਜਾ ਸਕਦਾ ਹੈ, ਜਿਹਦੇ ਸੂਬੇ ਦੀ ਸਰਕਾਰ ਟੋਟਲੀ ਫੇਲ ਰਹੀ ਹੈ। ਸੂਬੇ ਦੀ ਸਰਕਾਰ ਨਾਕਾਮਯਾਬੀ ਜਿਹੜੀ ਹੈ ਉਹ ਬੱਚੇ ਦੀ ਜ਼ੁਬਾਨ 'ਤੇ ਹੈ। ਉਹਨਾਂ ਮੁੱਦਿਆਂ 'ਤੇ ਜ਼ਰੂਰ ਉਹਨੂੰ ਘੇਰਨਾ ਅਤੇ ਉਹਨਾਂ ਨੂੰ ਕਰਨਾ ਚਾਹੀਦਾ। ਪਰ ਜੋ ਇਹ ਮੁੱਦਾ ਹੈ, ਇਹਦੇ 'ਚ ਤਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਜੁੱਟਤਾ ਦਿਖਾ ਕੇ ਇੱਕ ਮੈਸੇਜ ਜਿਹੜਾ ਹੈ ਇਕੱਠਾ ਦੇਣਾ ਚਾਹੀਦਾ ਸੀ। ਦਿੱਲੀ ਬਹੁਤ ਸਾਰੇ ਕਿਸਾਨ ਮਿਸਿੰਗ ਹੈ ਜੀ, ਲੱਭ ਨਹੀਂ ਰਹੇ ਨਾ। ਹਜੇ ਤੱਕ ਦਿੱਲੀ ਸੈਂਟਰ ਸਰਕਾਰ ਨੇ, ਦਿੱਲੀ ਪੁਲਿਸ ਅਜੇ ਤੱਕ ਸਪਸ਼ਟ ਕਰ ਰਹੀ ਹੈ, ਲੋਕ ਖੁਦ ਹੀ ਤਲਾਸ਼ ਕਰ ਰਹੇ ਹੈਗੇ ਨੇ। ਤਾਂ ਲੱਗਦਾ ਕਿ ਦਿੱਲੀ ਗੌਰਮੈਂਟ ਜਿਹੜੀ ਆਮ ਆਦਮੀ ਪਾਰਟੀ ਇਹ ਕਹਿ ਰਹੀ ਕਿ ਪੰਜਾਬ ਪੁਲਿਸ ਉੱਥੇ ਤੈਨਾਤ ਕੀਤੀ ਜਾਵੇ। ਦਿੱਲੀ ਪੁਲਿਸ ਕੋਲ ਨਹੀਂ ਹੈ, ਪੁਲਿਸ ਸਰਕਾਰ ਕੋਲ ਸੈਂਟਰ ਦੇ ਅਧੀਨ, ਪਰ ਦਿੱਲੀ ਸਰਕਾਰ ਆਪਣੇ ਆਪ 'ਚ ਇੱਕ ਸਰਕਾਰ ਆ, ਜੁਡੀਸ਼ਲੀ ਜਿਹੜੀ ਜਾਂਚ ਉਹ ਮਾਰ ਕਰ ਸਕਦੀ ਜੀ। ਦੇਖੋ, ਮੈਨੂੰ ਆਸ ਕਰਦਾ ਮੈਂ ਵੀ ਜੇ ਜੋ ਵੀ ਕੁਛ ਉਹ ਕਰ ਸਕਦੇ ਨੇ ਉਹਨਾਂ ਨੂੰ ਕਰਨਾ ਚਾਹੀਦਾ, ਕਿਉਂਕਿ ਜਿਹੜਾ ਜੇਲ੍ਹ ਡਿਪਾਰਟਮੈਂਟ ਹੈ ਦਿੱਲੀ ਦਾ ਉਹ ਵੀ ਉਹਨਾਂ ਕੋਲ ਹੈ। ਅਤੇ ਜਿਹੜੇ ਸਾਡੇ ਬੱਚੇ ਜਾਂ ਜਿਹੜੇ ਕਈ ਹੋਰ ਵੀ ਬਜ਼ੁਰਗ ਨੌਜਵਾਨ 100 ਦੇ ਕਰੀਬ ਜਿਹੜੇ ਫੜੇ ਨੇ ਦਿੱਲੀ ਪੁਲਿਸ ਨੇ, ਉਹਨਾਂ ਨੂੰ ਅੰਦਰ ਸਹੂਲਤਾਂ ਦਿੱਤੀਆਂ ਜਾਣ, ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਹੋਣ, ਬੇਲ ਮਿਲੇ। ਇਹਦੇ ਵਾਸਤੇ ਵੀ ਸਰਕਾਰ ਨੂੰ ਆਪਦੀ ਜੋ ਲੀਗਲ ਟੀਮ ਹੈ ਉਹ ਦੇਣੀ ਚਾਹੀਦੀ ਹੈ। ਵੈਸੇ ਅਸੀਂ ਸਾਰੀਆਂ ਆਪਦੇ ਵੱਲੋਂ ਵੀ ਯਤਨ ਕਰ ਰਹੇ ਹਾਂ। ਸਾਡੀ ਪਾਰਟੀ ਵੱਲੋਂ ਵੀ ਉੱਥੇ 4 ਬੰਦਿਆਂ ਦੀ ਲੀਗਲ ਟੀਮ ਬਣਾਈ ਗਈ ਹੈ। ਅਸੀਂ ਉੱਥੇ ਕੋਈ ਵੀ ਜਿਹੜਾ 12 ਪੰਡਿਤ ਪੰਥ ਮਾਰਗ 'ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਹੀ 12 ਪੰਡਿਤ ਪੰਥ ਮਾਰਗ 'ਤੇ ਕੋਈ ਵੀ ਉੱਥੇ ਪਹੁੰਚ ਕੇ ਆਪਦਾ ਦੱਸ ਸਕਦਾ, ਅਸੀਂ ਉਹਨਾਂ ਨੂੰ ਲੀਗਲ ਏਡ ਪ੍ਰੋਵਾਈਡ ਕਰਾਂਗੇ। ਫ੍ਰੀ ਲੀਗਲ ਏਡ ਜਿਹੜੀ ਹੈ ਸਾਡੀ ਪਾਰਟੀ ਉੱਥੇ ਦੇਊਗੀ। ਅਤੇ ਅਸੀਂ ਯਤਨ ਕਰ ਰਹੇ ਹਾਂ ਵੀ ਉਹ ਬੱਚਿਆਂ ਦੀ ਜਲਦੀ ਤੋਂ ਜਲਦੀ ਸਾਰਿਆਂ ਦੀ, ਕਿਉਂਕਿ ਮੇਰੇ ਆਪਦੇ ਹਲਕੇ ਦੇ 5 ਨੌਜਵਾਨ ਬੱਚੇ ਉੱਥੇ ਉਹਦੇ ਵਿੱਚ ਸ਼ਾਮਲ ਨੇ। ਹੋਰ ਵੀ ਸਾਰੇ ਪੰਜਾਬ ਦੀ ਸਾਡੇ ਨੌਜਵਾਨ ਸਾਡੇ ਨੇ। ਅਸੀਂ ਜਿਹੜਾ ਹੈ ਯਤਨ ਕਰ ਰਹੇ ਹਾਂ ਵੀ ਜਿਹੜਾ ਵੀ ਸਾਡੇ ਕੋਲ ਅਪਰੋਚ ਕਰੇਗਾ, ਅਸੀਂ ਉਹਨਾਂ ਨੂੰ ਯਤਨ ਕਰਾਂਗੇ ਉਹ ਜਲਦੀ ਤੋਂ ਜਲਦੀ ਜਿਹੜੀ ਇਸ ਮੁੱਦਿਆਂ ਦੇ ਵਿੱਚ ਬੇਲ ਹੋ ਸਕੇ। ਅਤੇ ਜਿਹੜੇ ਇਹ ਧਾਰਾਵਾਂ ਨੇ ਜਿਹੜੀਆਂ ਝੂਠੀਆਂ ਲਗਾਈਆਂ ਗਈਆਂ 307 ਵਰਗੀਆਂ ਬੜੀਆਂ ਖਤਰਨਾਕ, ਉਹ ਜਲਦੀ ਤੋਂ ਜਲਦੀ ਤੋੜੀਆਂ ਜਾਣ। ਅਕਾਲੀ ਦਲ ਕਹਿ ਰਿਹਾ ਕਿ ਪੰਜਾਬ 'ਚ ਡੈਮੋਕ੍ਰੇਸੀ ਨਹੀਂ ਹੈਗੀ ਜੀ, ਲੋਕਤੰਤਰ ਦਾ ਘਾਣ ਹੋ ਗਿਆ, ਪ੍ਰਧਾਨ 'ਤੇ ਹੀ ਹਮਲਾ ਹੋ ਗਿਆ ਜਾਨਲੇਵਾ। ਕਾਂਗਰਸ ਪਾਰਟੀ ਕਹਿ ਰਹੀ ਕਿ ਸੁਬੀਰ ਕਰਕੇ ਹੋ ਗਿਆ, ਉਹਨਾਂ ਨੂੰ ਆਲ ਪਾਰਟੀ ਮੀਟਿੰਗ 'ਚ ਆਉਣਾ ਚਾਹੀਦਾ ਸੀ, MC ਦੀ ਵੋਟਾਂ 'ਚ ਜਾਣ ਦੀ ਲੋੜ ਨਹੀਂ ਹੈਗੀ ਸੀ ਜੀ। ਦੇਖੋ, ਇਹ ਤਾਂ ਦੋਨੇ ਪਾਰਟੀਆਂ ਇੱਕ ਦੂਜੇ 'ਤੇ ਇਹ ਜੋ ਕਰ ਰਿਹਾ ਦਿਖਾਵਾ ਹੈ ਸਾਰਾ। ਅਸਲ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਇੱਕੋ ਹੀ ਗੱਲ ਹੈ। ਜਿਹੜੇ ਵੱਡੇ ਮੁੱਦੇ ਜਿਹੜੇ ਪੰਜਾਬ ਦੇ ਨੇ, ਇਹ ਛੋਟੀਆਂ ਗੱਲਾਂ 'ਤੇ ਇਹ ਥੱਲੇ ਦਿਖਾ ਕੇ ਲੜਾਈਆਂ ਵਰਕਰਾਂ ਨੂੰ ਮਰਵਾਈ ਜਾਂਦੇ ਨੇ, ਅਤੇ ਆਪ ਜਿਹੜਾ ਹੈ ਰਲੇ ਹੋਏ ਨੇ।
ਇਹਨਾਂ ਦੇ ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਜਿਹੜੇ ਉਹ ਇਲੈਕਸ਼ਨ ਕਮਿਸ਼ਨਰ ਜੋ ਬਿਠਾਏ ਨੇ SGPC ਦੇ, ਉਹਨੂੰ ਅੱਜ ਤੱਕ ਦਫ਼ਤਰ ਨਹੀਂ ਦਿੱਤਾ। ਜਿਹੜੀਆਂ ਸਾਰੀਆਂ ਇਨਕੁਆਇਰੀਆਂ ਚੱਲ ਰਹੀਆਂ ਉਹ ਸਾਰੀਆਂ ਠੱਪ ਪਈਆਂ ਨੇ। ਅਤੇ ਕਾਰੋਬਾਰ ਚਾਹੇ ਟਰਾਂਸਪੋਰਟ ਹੈ ਚਾਹੇ ਰੇਤਾ ਬਜਰੀ ਉਵੇਂ ਚੱਲ ਰਿਹਾ ਹੈ। ਜਿਹੜੇ ਕੰਮ ਕਰਨ ਵਾਲੇ ਸੀ ਉਹ ਤਾਂ ਕੀਤੇ ਨਹੀਂ, ਉਹ ਤਾਂ ਤੁਸੀਂ ਉੱਥੇ ਤਾਂ ਇਕੱਠੇ ਹੋ, ਅਤੇ ਪਰ ਥੱਲੇ ਸਿਰਫ ਇੱਕ ਦਿਖਾਵਾ ਕਰਨ ਵਾਸਤੇ ਤੁਸੀਂ ਜਿਹੜੇ ਨੇ ਵਰਕਰਾਂ ਨੂੰ ਜਿਹੜਾ ਮਰਵਾ ਰਹੇ ਹੋ। ਇਹ ਤਾਂ ਮੈਂ ਸਮਝਦਾ ਵਰਕਰ ਹੀ ਭੋਲੇ ਭਾਲੇ ਨੇ ਜਿਹੜੇ ਇਹਨਾਂ ਦੀਆਂ ਗੱਲਾਂ ਜਾ ਕੇ ਇਹੋ ਜਿਹੇ ਚੱਕਰਾਂ 'ਚ ਪੈਂਦੇ ਨੇ। ਕੈਪਟਨ ਸੁਖਬੀਰ ਸਿੰਘ ਨੂੰ ਕੱਲ੍ਹ ਆਲ ਪਾਰਟੀ ਮੀਟਿੰਗ ਵਿੱਚ ਆਉਣਾ ਚਾਹੀਦਾ ਸੀ। ਉੱਥੇ ਗਏ, ਉੱਥੇ ਇਹ ਸਾਰਾ ਮਾਹੌਲ ਕੁਝ ਬਣਿਆ ਅਤੇ ਬੜਾ ਮੰਦਭਾਗਾ ਹੈ। ਅਤੇ ਇਹਨਾਂ ਨੂੰ ਸਮਾਂ ਜਦ ਇਹੋ ਜਿਹੇ ਹਾਲਾਤ ਦੇ ਵਿੱਚ ਜਦ ਅਸੀਂ ਜਾ ਕੇ ਗਰਮ ਭਾਸ਼ਣ ਦਿੰਦੇ ਹਾਂ ਲੋਕਾਂ ਨੂੰ, ਐਂ ਕਰਦੇ ਹਾਂ ਵੀ ਚੱਕ ਦਿਓ ਅਸੀਂ ਤੁਹਾਡੇ ਨਾਲ ਆ, ਇਹ ਕਰਿਆ, ਤਾਂ ਉੱਥੇ ਸੁਭਾਵਕ ਹੈ ਵੀ ਇਹੋ ਜਿਹਾ ਮਾਹੌਲ ਪੈਦਾ ਹੁੰਦਾ ਹੀ ਹੁੰਦਾ ਹੈਗਾ। ਫਿਰ ਸਾਨੂੰ ਤਾਂ ਇੱਕ ਜੋ ਪੋਲੀਟੀਕਲ ਬੰਦਾ ਹੈ ਉਹਨੂੰ ਆਪਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਵੀ ਸਾਡਾ ਕੰਮ ਲੋਕਾਂ ਨੂੰ ਲੜਾਉਣਾ ਨਹੀਂ ਹੈ। ਸਾਡਾ ਕੰਮ ਚਾਹੇ ਕਿਸੇ ਨੇ ਵੀ, ਭਾਵੇਂ ਕਾਂਗਰਸ ਨੇ ਲੜਾਇਆ ਚਾਹੇ ਇਹਨਾਂ ਨੇ ਲੜਾਇਆ, ਕਿਸੇ ਨੇ ਲੜਾਇਆ, ਪਰ ਆਖਰ ਲੋਕ ਤਾਂ ਉੱਥੇ ਸੱਟਾਂ ਵੀ ਵੱਜੀਆਂ, ਜ਼ਖਮੀ ਵੀ ਹੋਏ। ਸਾਡਾ ਕੰਮ ਹੈ ਵੀ ਸ਼ਾਂਤਮਈ ਸ਼ਾਂਤੀ ਬਣਾਈ ਰੱਖੀਏ, ਲੋਕਾਂ ਨੂੰ ਉਸ ਪਾਸੇ ਨੂੰ ਤੋਰੀਏ, ਲੋਕਾਂ ਨੂੰ ਇੱਕ ਨਿਰਪੱਖ ਇਲੈਕਸ਼ਨ ਕਰਾਉਣ ਵੱਲ ਅਸੀਂ ਜਿਹੜਾ ਹੈ ਉਹਨਾਂ ਦਾ ਯਤਨ ਕਰੀਏ, ਨਾ ਕਿ ਇਹੋ ਜਿਹੀਆਂ ਗੱਲਾਂ ਕਰੀਏ। ਸੋ ਦੋਸ਼ੀ ਕੋਈ ਵੀ ਹੋਵੇ ਇਨਕੁਆਇਰੀ ਹੋਣੀ ਚਾਹੀਦੀ ਹੈ, ਪਰ ਸਾਨੂੰ ਲੀਡਰਾਂ ਨੂੰ ਵੀ ਆਪਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ। ਬੋਲੋ ਸਰ। ਪਰਮਿੰਦਰ ਸਿੰਘ ਢੀਂਡ ਸਾਹਿਬ, ਜਿੱਥੋਂ ਤੱਕ ਕਿਸਾਨੀ ਮਸਲੇ ਦਾ ਸਵਾਲ ਹੈ ਔਰ ਇਹਨਾਂ ਦਾ ਮੰਨਣਾ ਹੈ ਕਿ ਜਿਹੜੀ ਚੁਣੀ ਹੋਈ ਸਰਕਾਰ ਆ ਉਹ ਪ੍ਰਜਾ ਦੀ ਮਾਂ ਦੇ ਬਰਾਬਰ ਹੁੰਦੀ ਅਤੇ ਮਾਂ ਕਦੀ ਆਪਣੇ ਧੀਆਂ ਪੁੱਤਾਂ ਨੂੰ ਨਹੀਂ ਜਾੜਦੀ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ NB ਨਿਊਜ਼, ਚੰਡੀਗੜ੍ਹ।